ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। की हाल है ਤੁਹਾਡਾ? ਸਭ ਠੀਕ ਠਾਕ ਹੋ? ਅੱਜ ਆਪਾਂ ਬਣਾਉਣ ਡਏ ਆ ਸਨੈਕਸ। ਤੇ ਆਪਾਂ ਸਨੈਕਸ ਜਿਹੜੇ ਬਣਾਵਾਂਗੇ ਨਾ, ਇਹਨਾਂ ਨੂੰ ਬਣਾਉਣ ਵਾਸਤੇ ਆਪਾਂ ਨੂੰ ਕੋਈ ਢੇਰ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਣੀ, ਬਲਕਿ ਸਿਰਫ ਸਾਨੂੰ ਆਲੂ ਦੀ ਜ਼ਰੂਰਤ ਪੈਣੀ ਆ। ਆਲੂ ਹੋਣ ਨਾ ਤਾਂ ਤੁਸੀਂ ਏਡੀ ਸਵਾਦੀ ਜੀ ਰੈਸਿਪੀ ਨਾ ਘਰ ਹੀ ਬਣਾ ਸਕਦੇ ਹੋ ਤੇ ਬੜੀ ਮਜ਼ੇਦਾਰ ਆ। ਦੇਖੋ ਕਿੱਡੀ ਜ਼ਬਰਦਸਤ ਜੀ ਲੱਗਦੀ ਪਈ ਹੈ, ਉੱਥੋਂ ਇੰਨੀ ਸੋਹਣੀ ਕ੍ਰਿਸਪੀ ਕਰੰਚੀ ਤੇ ਅੰਦਰੋਂ ਇੰਨੀ ਜ਼ਬਰਦਸਤ ਸੌਫਟ ਜੀ ਬਣੇਗੀ। ਤੇ ਬਣਾਉਣ ਦਾ ਤਰੀਕਾ ਬੜਾ ਹੀ ਆਸਾਨ ਹੈ ਤੇ ਝਟਪਟ ਬਣ ਜਾਂਦੀ ਹੈ। ਤਾਂ ਚਲੋ ਜੀ ਆਪਣੀ ਰੈਸਿਪੀ ਨੂੰ ਆਪਾਂ ਬਣਾ ਲੈਂਦੇ ਹਾਂ ਫਟਾਫਟ। ਤੇ ਸਭ ਤੋਂ ਪਹਿਲੇ ਆਪਾਂ ਜਿਹੜੀ ਚੀਜ਼ ਲੈਣੀ ਹੈ ਨਾ, ਉਹਨੇ ਆਲੂ ਇੱਥੇ ਮੈਂ ਲਏ ਸੀ 3, ਠੀਕ ਹੈ, ਵੱਡੇ ਵੱਡੇ ਸੀਗੇ। ਉਹਨਾਂ ਨੂੰ ਨਾ ਆਪਾਂ ਕਸ਼ ਕਰ ਲੈਣਾ ਤੇ ਕਸ਼ ਦੀ ਜਿਹੜੀ ਮੋਟੀ ਸਾਈਡ ਹੁੰਦੀ ਆ ਨਾ, ਬਰੀਕ ਸਾਈਡ ਤੋਂ ਨਾ ਕਸ਼ ਕਰਿਆ ਜੇ। ਮੋਟੀ ਸਾਈਡ ਤੋਂ ਕਸ਼ ਕਰੋਗੇ ਨਾ ਤੇ ਐਵੇਂ ਦੇ ਲੱਛੇ ਜੇ ਬਣ ਜਾਣਗੇ। ਤੇ ਬਸ ਐਵੇਂ ਤੁਸੀਂ ਚੰਗੀ ਤਰ੍ਹਾਂ ਸਾਰੇ ਜਿਹੜੇ ਆ ਨਾ ਉਹਨਾਂ ਨੂੰ ਆਪਾਂ ਇਹਨਾਂ ਨੂੰ ਫਿਰ ਕਰਕੇ ਨਾ ਕਸ਼, ਇਹਨਾਂ ਨੂੰ ਆਪਾਂ ਧੋ ਲੈਣਾ। ਧੋ ਕੇ 10 ਮਿੰਟ ਵਾਸਤੇ ਨਾ ਕਿਸੇ ਟੋਕਰੀ 'ਚ ਰੱਖ ਲਿਆ ਜੇ, ਤਾਂ ਕਿ ਚੰਗੀ ਤਰ੍ਹਾਂ ਜਿਹੜਾ ਪਾਣੀ ਹੋਏ ਨਾ ਇਹਦਾ ਐਕਸਟਰਾ ਨਿਕਲ ਜਾਵੇ। ਉਸ ਤੋਂ ਬਾਅਦ ਪੈਨ ਲੈ ਕੇ ਨਾ ਉਹ 'ਚ 2 ਚਮਚ ਆਪਾਂ ਘਿਓ ਪਾ ਲੈਣਾ। ਘਿਓ ਪਾ ਕੇ ਆ ਜਿਹੜੇ ਸਾਰੇ ਆਲੂ ਦੇ ਲੱਛੇ ਸੀਗੇ ਨਾ, ਇਹ ਸਾਰੇ ਆਪਾਂ ਇਹਦੇ ਵਿੱਚ ਪਾ ਲੈਣੇ ਆ। ਇਹਨਾਂ ਨੂੰ ਪਾਉਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਇੰਨਾ ਕੁ ਪਕਾਉਣਾ ਕਿ ਜਿਹੜੀ ਇਹਦੇ ਵਿੱਚ ਆਲੂ ਦੇ ਵਿੱਚ ਹੁੰਦੀ ਨਾ ਥੋੜ੍ਹੀ ਥੋੜ੍ਹੀ ਜਿਹੀ ਨਮੀ, ਥੋੜ੍ਹਾ ਜਿਹਾ ਪਾਣੀ ਜਿਹੜਾ ਹੋਏਗਾ ਨਾ ਉਹ ਚੰਗੀ ਤਰ੍ਹਾਂ ਖੁਸ਼ਕ ਹੋ ਜਾਵੇ। ਤੇ ਆਹ ਦੇਖੋ ਐਵੇਂ ਕਰਕੇ ਆਪਾਂ ਇਹਨਾਂ ਨੂੰ ਮਿਕਸ ਕਰਦੇ ਜਾਵਾਂਗੇ ਤੇ ਮਿਕਸ ਕਰਾਂਗੇ ਨਾਲ ਜਿਹੜੀ ਫਲੇਮ ਹੈ ਨਾ, ਬਹੁਤ ਜ਼ਿਆਦਾ ਨਾ ਤੇ ਤੇਜ਼ ਰੱਖਿਆ ਜੇ, ਨਾ ਹੀ ਬਹੁਤ ਜ਼ਿਆਦਾ ਮੱਠੀ ਰੱਖਿਆ ਜੇ। ਤੇ ਬਸ ਆਪਾਂ ਦਰਮਿਆਨੀ ਜੀ ਫਲੇਮ ਦੇ ਉੱਤੇ ਨਾ ਐਵੇਂ ਚਮਚ ਚਲਾ ਕੇ ਨਾ ਜਲਦੀ ਇਹਦੇ ਵਿੱਚ ਜਿਹੜਾ ਮਾੜਾ ਪਾਣੀ ਹੈ ਨਾ ਉਹਨੂੰ ਆਪਾਂ ਖੁਸ਼ਕ ਕਰ ਲਵਾਂਗੇ। ਤੇ ਪਾਣੀ ਜਿੰਨੀ ਦੇਰ 'ਚ ਖੁਸ਼ਕ ਹੋਊਗਾ ਨਾ, 1-2 ਮਿੰਟ ਲੱਗਦਾ, ਬਸ ਜ਼ਿਆਦਾ ਨਹੀਂ ਲੱਗਦਾ। ਤੇ ਜਿਵੇਂ ਹੀ ਪਾਣੀ ਥੋੜ੍ਹਾ ਜਿਹਾ ਖੁਸ਼ਕ ਹੋਏਗਾ ਨਾ ਤੇ ਆਲੂ ਜਿਹੜੇ ਆ ਨਾ ਉਹ ਵੀ ਥੋੜ੍ਹੇ ਜਿਹੇ ਨਰਮ ਹੋ ਜਾਣਗੇ, ਥੋੜ੍ਹੇ ਜਿਹੇ ਗਲ ਜਾਣਗੇ ਤੇ ਦੋਨੋਂ ਕੰਮ ਇਕੱਠੇ ਹੀ ਹੋ ਜਾਣਗੇ, ਠੀਕ ਹੈ। ਤੇ ਹੁਣ ਤੁਸੀਂ ਬਸ ਇਹਨਾਂ ਨੂੰ ਦੇਖੋ ਥੋੜ੍ਹਾ ਜਿਹਾ ਗਰਮ ਹੋਣ ਲੱਗ ਪਿਆ। ਬਸ ਇਹਦਾ ਪਾਣੀ ਜਿਹੜਾ ਉਹ ਕਾਫੀ ਹੱਦ ਤੱਕ ਖੁਸ਼ਕ ਹੋ ਗਿਆ, ਪਾਣੀ ਕੋਈ ਸ਼ੈ ਨਹੀਂ ਥੱਲੇ ਨਜ਼ਰ ਆਉਣ ਡਈ। ਤੇ ਬਸ ਹੁਣ ਇਹਨੂੰ ਆਪਾਂ ਲਾ ਦਾਂਗੇ। ਲਾ ਕੇ ਇਹਨੂੰ ਆਪਾਂ ਥੋੜ੍ਹਾ ਹੁਣ ਠੰਡਾ ਕਰ ਲੈਣਾ ਵਾ, ਠੀਕ ਹੈ। ਜਾਂ ਉਸੇ ਬੋਲ 'ਚ ਪਾ ਲਵੋ ਜਾਂ ਕਿਸੇ ਟਰੇ 'ਚ ਪਾ ਕੇ ਨਾ ਥੋੜ੍ਹੀ ਦੇਰ ਇਹਨੂੰ ਖਿਲਾਰ ਲਵੋ, ਤਾਂ ਕਿ ਜਲਦੀ ਨਾ ਥੋੜ੍ਹਾ ਜਿਹਾ ਠੰਡਾ ਹੋ ਜਾਵੇ ਤੇ ਟਾਈਮ ਬਚ ਜਾਵੇ ਤੇ ਆਪਣੀ ਰੈਸਪੀ ਜਲਦੀ ਬਣ ਜਾਵੇ। ਤੇ ਆਹ ਵੇਖੋ ਆਲੂ ਜਿਹੜੇ ਆ ਆਪਾਂ ਕਰ ਲਏ ਚੰਗੀ ਤਰ੍ਹਾਂ ਠੰਡੇ। ਆਲੂ ਬਹੁਤ ਅੱਛੀ ਤਰ੍ਹਾਂ ਠੰਡੇ ਹੋ ਗਏ ਨੇ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਕੁਛ ਚੀਜ਼ਾਂ। ਤੇ ਚੀਜ਼ਾਂ ਕਿਹੜੀਆਂ ਪਾਉਣੀਆਂ? ਸਿਰਫ 2 ਚੀਜ਼ਾਂ ਹੀ ਪਾਉਣੀਆਂ। ਇੱਕ ਆਪਾਂ ਪਾਉਣਾ ਵਿੱਚ ਨਮਕ, ਤੇ ਦੂਸਰੀ ਚੀਜ਼ ਜਿਹੜੀ ਪਾਣੀ ਨਾ ਆਪਾਂ ਪਾਣੀ ਕਾਲੀ ਮਿਰਚ। ਹੋਰ ਆਪਾਂ ਇਹਦੇ ਵਿੱਚ ਕੁਛ ਵੀ ਨਹੀਂ ਪਾਉਣਾ। ਹੋਰ ਜੇ ਮਸਾਲੇ ਜਿਹੜੇ ਆ ਨਾ ਇਹਦੇ ਵਿੱਚ ਨਹੀਂ ਪਾਈਦੇ, ਐਵੇਂ ਬੜੀ ਸਵਾਦੀ ਲੱਗਦੀ ਆ। ਤੇ ਅੱਧਾ ਚਮਚ ਮੈਂ ਨਮਕ ਪਾ ਦਿੱਤਾ ਵਾ, ਇੰਨੀ ਕੋਈ ਮੈਂ ਕਾਲੀ ਮਿਰਚ ਪਾ ਦਿੱਤੀ ਆ। ਇਹਨਾਂ ਦੋਵਾਂ ਚੀਜ਼ਾਂ ਨੂੰ ਪਾ ਕੇ ਨਾ ਹੁਣ ਇਹਨਾਂ ਨੂੰ ਆਪਾਂ ਇਕੱਠਾ ਕਰਨਾ ਵਾ। ਤੇ ਉਹਦੇ ਵਾਸਤੇ ਆਪਾਂ ਇਹਦੇ ਵਿੱਚ ਪਾ ਦੇਣਾ ਵਾ ਕੌਰਨਫਲਾਵਰ। ਜੇ ਨਾ ਹੋਏ ਕੌਰਨਫਲਾਵਰ ਤੇ ਆਪਾਂ ਤੁਸੀਂ ਇਹਦੇ ਵਿੱਚ ਪਾ ਦਿਆ ਜੇ ਚਾਵਲ ਦਾ ਆਟਾ ਵੀ ਪਾ ਸਕਦੇ ਹੋ, ਨਹੀਂ ਤੇ ਥੋੜ੍ਹਾ ਜਿਹਾ ਮੈਦਾ ਪਾ ਲਿਆ ਜੇ। ਮੈਂ 3 ਚਮਚ ਸਿਰਫ ਕੌਰਨਫਲਾਵਰ ਪਾਇਆ, ਜ਼ਿਆਦਾ ਨਹੀਂ ਪਾਇਆ। ਇੱਥੇ ਆਲੂ ਵੀ ਤੁਸੀਂ ਵੇਖਦੇ ਪਏ ਹੋ ਨਾ, ਆਲੂ ਵੀ ਕਾਫੀ ਸਾਰੇ ਨੇ। ਜੇ ਤੁਹਾਡੇ ਕੋਲ ਆਲੂ ਥੋੜ੍ਹੇ ਹੋਣ ਨਾ ਤੇ 1 ਚਮਚ ਹੀ ਕੌਰਨਫਲਾਵਰ ਬੜਾ ਹੁੰਦਾ। ਤੇ ਹੁਣ ਤੁਸੀਂ ਇਹਨੂੰ ਚੰਗੀ ਤਰ੍ਹਾਂ ਵੇਖੋ ਇਸ ਤਰ੍ਹਾਂ ਐਵੇਂ ਮਿਕਸ ਕਰ ਲੈਣਾ। ਜਦੋਂ ਮਿਕਸ ਚੰਗੀ ਤਰ੍ਹਾਂ ਕਰ ਲਓ ਨਾ, ਹੁਣ ਆਪਾਂ ਇਹਦੇ ਵਿੱਚ ਨਾ ਇੱਕ ਪਾਵਾਂਗੇ ਆਂਡਾ। ਆਂਡੇ ਦੇ ਨਾਲ ਨਾ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਨਾ ਤੇ ਫਿਰ ਖੁੱਲਣਗੇ ਨਹੀਂ, ਐਵੇਂ ਚੰਗੀ ਤਰ੍ਹਾਂ ਸੈੱਟ ਹੋ ਜਾਣਗੇ ਤੇ ਬੜੀ ਮਜ਼ੇਦਾਰ ਜੇ ਬਣਗੇ ਤੇ ਟੁੱਟਣਗੇ ਵੀ ਨਹੀਂ ਨਾ। ਇਹਦਾ ਨਾਲ ਸਾਨੂੰ ਫਾਇਦਾ ਵੀ ਬੜਾ ਹੋਏਗਾ। ਅੱਛਾ, ਆਂਡਾ ਪਾ ਕੇ ਹੁਣ ਦੇਖੋ ਆਪਾਂ ਇਹਨੂੰ ਫਿਰ ਮਿਕਸ ਕਰ ਲੈਣਾ। ਐਵੇਂ ਬਹੁਤ ਜ਼ਿਆਦਾ ਥਿੱਕ ਹੋ ਗਿਆ, ਐਵੇਂ ਇਹਨੂੰ ਚਿੰਬੜਾਂ ਨਹੀਂ ਲੱਗ ਪਏ ਆ ਇਹਨੂੰ ਡੋਂਗੇ ਨੂੰ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਮਿਕਸ ਕਰਕੇ ਜਦੋਂ ਤੁਸੀਂ ਕਰ ਲਓ ਤੇ ਫਿਰ ਤੁਸੀਂ ਹੱਥ ਦੇ ਉੱਤੇ ਥੋੜ੍ਹਾ ਜਿਹਾ ਨਾ ਕੁਕਿੰਗ ਆਇਲ ਲਾ ਲਓ ਜਾਂ ਘੀ ਲਾ ਲਓ। ਲਾ ਕੇ ਤੇ ਇੱਥੇ ਐਵੇਂ ਕਰਕੇ ਨਾ ਤੁਸੀਂ ਕਾਫੀ ਸਾਰਾ ਲੈਣਾ, ਲੈ ਕੇ ਨਾ ਉਹਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਤੁਸੀਂ ਐਵੇਂ ਕਰਕੇ ਸੈੱਟ ਕਰ ਲੈਣਾ। ਹੁਣ ਇਹਦੀ ਸ਼ੇਪ ਬਣਾ ਲਓ, ਕੋਈ ਜਿਹੜੀ ਤੁਸੀਂ ਸ਼ੇਪ ਬਣਾਉਣੀ ਹੋ, ਟਿੱਕੀ ਵਾਲੀ ਸ਼ੇਪ ਬਣਾਉਣੀ ਹੋਏ, ਚਕੋਰ ਬਣਾਉਣੀ ਹੋ, ਭਾਵੇਂ ਗੋਲ ਜੀਆਂ ਬੋਲਾਂ ਬਣਾ ਲਓ, ਜਿਵੇਂ ਦਿਲ ਕਰੇ। ਤੇ ਮੈਂ ਐਵੇਂ ਦੀ ਜਿਹੜੀ ਸ਼ੇਪ ਹੈ ਨਾ ਇਹਦੀ ਬਣਾ ਲਈ ਆ। ਆਹ ਦੇਖੋ ਮੇਰੇ ਮੂੰਹ 'ਚੋਂ ਹੀ ਐਵੇਂ ਕਰਕੇ ਨਾ ਅਜੀਬ ਜਿਹਾ ਬਲਬਲ ਜਿਹਾ ਨਿਕਲ ਗਿਆ। ਅੱਛਾ, ਹੁਣ ਇਹਨਾਂ ਨੂੰ ਆਪਾਂ ਐਵੇਂ ਕਰਕੇ ਬਣਾ ਲਿਆ। ਆਹ ਦੇਖੋ ਐਵੇਂ ਹੀ ਬਸ ਸਾਰੇ ਦੇ ਸਾਰੇ ਜਿਹੜੇ ਆ ਨਾ, ਸਾਰੇ ਆਲੂਆਂ ਨੂੰ ਐਵੇਂ ਮੈਂ ਇਸ ਤਰ੍ਹਾਂ ਦੀਆਂ ਨਾ ਟਿੱਕੀਆਂ ਜੀਆਂ ਦੀ ਮੈਂ ਬਣਾ ਲੈਣੀਆਂ, ਐਵੇਂ ਚੌੜੀਆਂ ਜੀਆਂ। ਤੇ ਜਦੋਂ ਤੁਸੀਂ ਸਾਰੀਆਂ ਬਣਾ ਲਓ, ਬਣਾ ਕੇ ਨਾ ਆਪਾਂ ਲੈ ਲੈਣਾ ਫਰਾਈ ਪੈਨ। ਉਹ 'ਚ ਥੋੜ੍ਹਾ ਜਿਹਾ ਘਿਓ ਪਾਵਾਂਗੇ, ਬਹੁਤਾ ਸਾਰਾ ਨਹੀਂ ਘਿਓ ਪਾਉਣ ਦੀ ਜ਼ਰੂਰਤ ਹੁੰਦੀ। ਥੋੜ੍ਹੇ ਜਿਹੇ ਘਿਓ ਦੇ ਵਿੱਚ ਬੜੇ ਸੋਹਣੇ ਫਰਾਈ ਹੋ ਜਾਂਦੇ ਆ। ਤੇ ਹੁਣ ਜਿੰਨੀਆਂ ਵੀ ਆਪਾਂ ਬਣਾ ਕੇ ਰੱਖੀ ਸੀ ਨਾ ਆਲੂ ਦੀਆਂ ਟਿੱਕੀਆਂ ਜਿਹੀਆਂ, ਸਾਰੀਆਂ ਆਪਾਂ ਇਹਦੇ ਵਿੱਚ ਰੱਖ ਦੇਵਾਂਗੇ। ਇੰਝ ਰੱਖ ਕੇ ਫਿਰ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ। ਤੇ ਆਪਾਂ ਇਹਨੂੰ ਥੋੜ੍ਹਾ ਜਿਹਾ ਮੀਡੀਅਮ ਫਲੇਮ ਦੇ ਉੱਤੇ ਕਰਾਂਗੇ, ਕਿਉਂਕਿ ਆਲੂ ਆਪਾਂ ਅੱਧੇ ਪਕਾਏ ਸੀ, ਅੱਧੇ ਕੱਚੇ ਹੀ ਸੀ, ਠੀਕ ਹੈ। ਤੇ ਫਿਰ ਤੁਸੀਂ ਇਹਨੂੰ ਜੇ ਤੇਜ਼ ਅੱਗ 'ਤੇ ਕਰੋਗੇ ਨਾ ਤੇ ਫਿਰ ਬਹੁਤ ਜ਼ਿਆਦਾ ਜਲਦੀ ਨਾ ਇਹ ਪੱਕ ਜਾਣਗੇ। ਗੋਲਡਨ ਜਿਹਾ ਇਹਨਾਂ ਦਾ ਕਲਰ ਹੋ ਜਾਏਗਾ ਤੇ ਅੰਦਰ ਤੱਕ ਨਹੀਂ ਪੱਕਣਗੇ। ਤੇ ਤੁਸੀਂ ਮੀਡੀਅਮ ਜਿਹੀ ਫਲੇਮ ਦੇ ਉੱਤੇ ਇਹਨੂੰ ਪਕਾ ਲਿਆ ਜੇ। ਜਿਵੇਂ ਦੇਖੋ ਕਿ ਚੰਗੀ ਤਰ੍ਹਾਂ ਇੱਕ ਸਾਈਡ ਦਾ ਰੰਗ ਜਿਹੜਾ ਥੋੜ੍ਹਾ ਗੋਲਡਨ ਹੋ ਗਿਆ ਤੇ ਸਾਈਡਾਂ ਆਪਾਂ ਕਰ ਲਾਂਗੇ ਸਾਰਿਆਂ ਦੀ ਚੇਂਜ। ਆਹ ਵੇਖੋ ਮਾਸ਼ਾਅੱਲਾ ਕਿੱਡਾ ਸੋਹਣਾ ਇਹਦਾ ਰੰਗ ਆਇਆ ਤੇ ਬੜੀ ਸੋਹਣੀ ਇਹਦੇ ਨਾ। ਦੂਸਰੀ ਤਾਂ ਜਿਹੜੇ ਬਾਕੀ ਜਿੰਨੇ ਆ ਨਾ ਉਹਨਾਂ ਨੂੰ ਵੀ ਆਪਾਂ ਐਵੇਂ ਚੇਂਜ ਕਰ ਲਵਾਂਗੇ। ਜਦੋਂ ਸਭ ਦਾ ਸੋਹਣਾ ਜਿਹਾ ਰੰਗ ਆਏਗਾ ਨਾ ਫਿਰ ਆਪਾਂ ਇਹਨਾਂ ਸਾਰਿਆਂ ਨੂੰ ਕੱਢ ਲਾਂਗੇ। ਹੁਣ ਦੇਖੋ ਕਿੰਨੇ ਸਵਾਦੀ ਬਣੇ ਆ, ਨਾ ਕੋਈ ਟੁੱਟਿਆ ਨਾ ਕੋਈ ਖ਼ਰਾਬ ਹੋਇਆ ਤੇ ਇੰਨੇ ਜ਼ਬਰਦਸਤ ਜਿਹੇ ਤਿਆਰ ਹੋ ਗਏ ਤੇ ਇੰਨੇ ਸਵਾਦੀ ਲੱਗਦੇ ਆ। ਨਾ ਇਹਦੇ ਵਿੱਚ ਕੋਈ ਮਿਰਚਾਂ, ਬੱਚੇ ਵੀ ਬੜੇ ਸ਼ੌਕ ਨਾਲ ਇਹਨਾਂ ਨੂੰ ਖਾ ਲੈਣਗੇ। ਤੇ ਬਸ ਇੱਥੇ ਸਾਰੇ ਫਰਾਈ ਹੋ ਗਏ, ਇਹਨਾਂ ਨੂੰ ਆਪਾਂ ਕੱਢ ਲੈਂਦੇ ਹਾਂ। ਦੇਖੋ ਮਾਸ਼ਾਅੱਲਾ ਕਿੱਡੇ ਹੀ ਸਵਾਦੀ ਤੇ ਮਜ਼ੇਦਾਰ ਜਿਹੇ ਆਪਣੇ ਸਨੈਕਸ ਜਿਹੜੇ ਨੇ ਨਾ ਉਹ ਤਿਆਰ ਹੋ ਗਏ ਨੇ।
ਜਿਨ੍ਹਾਂ ਨੂੰ ਆਪਾਂ ਆਲੂ ਨਾਲ ਬਣਾਇਆ। ਇਹਦੇ ਵਿੱਚ ਹੋਰ ਤੁਸੀਂ ਚੀਜ਼ਾਂ ਪਾਉਣੀਆਂ ਚਾਹੋ ਤਾਂ ਪਾ ਸਕਦੇ ਹੋ, ਪਰ ਇੰਨੀਆਂ ਹੀ ਬੜੀਆਂ ਨੇ। ਅਤੇ ਜੇ ਤੁਹਾਨੂੰ ਮੇਰੀ ਅੱਜ ਦੀ ਰੈਸਿਪੀ ਪਸੰਦ ਆਏ ਨਾ, ਅਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਲਾਈਕ ਵੀ ਕਰਿਆ ਕਰੋ ਅਤੇ ਸਬਸਕ੍ਰਾਈਬ ਵੀ ਕਰਿਆ ਕਰੋ। ਅਤੇ ਬਾਕੀ ਦੁਆਵਾਂ ਯਾਦ ਰੱਖੋ। ਅੱਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ। ਅੱਲਾ ਹਾਫਿਜ਼।